ਇਹ ਪਰਮੇਸ਼ਵਰ ਦੇ ਵਚਨ ਨੂੰ ਸੁਣਨ ਦਾ ਸਮਾਂ ਹੈ। ਬਹੁਤ ਹੀ ਕੀਮਤੀ ਸਮਾਂ। ਇਹ ਸਮਾਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਇੱਕ ਵਾਰ ਗੁਜ਼ਰ ਜਾਵੇ, ਚਲੇ ਜਾਵੇ, ਉਹ ਸਮਾਂ ਦੁਬਾਰਾ ਨਹੀਂ ਆਉਂਦਾ। 9 ਜਨਵਰੀ 2022 ਅੱਜ ਆਪਣੀ ਜ਼ਿੰਦਗੀ ਦੇ ਵਿੱਚੋਂ ਚਲਿਆ ਜਾਵੇਗਾ, ਫਿਰ ਇਹ ਸਮਾਂ ਆਪਾਂ ਨੂੰ ਦੁਬਾਰਾ ਨਹੀਂ ਮਿਲੇਗਾ। ਸੋ ਇਸ ਲਈ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ, ਤੂੰ ਹਰ ਦਿਨ ਉਸ ਪਰਮੇਸ਼ਵਰ ਦਾ ਧੰਨਵਾਦ ਕਰ, ਆਤਮਾ ਦੇ ਵਿੱਚ ਵੱਧਦਾ ਜਾ। ਜਿਸ ਤਰ੍ਹਾਂ ਇੱਕ ਇਨਸਾਨ ਸਰੀਰ ਦੇ ਵਿੱਚ ਵੱਧਦਾ ਹੈ, ਉਸ ਨੂੰ ਆਤਮਾ ਦੇ ਵਿੱਚ ਵੀ ਵੱਧਣਾ ਬਹੁਤ ਹੀ ਜ਼ਰੂਰੀ ਹੈ। ਜੇ ਤੁਸੀਂ ਪ੍ਰਭੂ ਦੇ ਆਉਣ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਆਤਮਾ ਦੇ ਵਿੱਚ ਵੱਧਣਾ ਪਵੇਗਾ, ਫਿਰ ਹੀ ਤੁਸੀਂ ਪਰਮੇਸ਼ਵਰ ਦੇ ਨਾਲ ਜਾ ਸਕਦੇ ਹੋ। ਹਾਲੇਲੂਇਆ। ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਕਿ ਤੁਹਾਡੀ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ। ਪਰਮੇਸ਼ਵਰ ਦਾ ਵਚਨ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਪਰਮੇਸ਼ਵਰ ਦਾ ਵਚਨ ਬਹੁਤ ਅਜਿਹੀਆਂ ਗੱਲਾਂ ਸਾਨੂੰ ਦੱਸਦਾ ਹੈ ਜੋ ਅਸੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ, ਜਾਂ ਅਸੀਂ ਕਦੇ ਉਹਨਾਂ ਬਾਰੇ ਸੋਚ ਵੀ ਨਹੀਂ ਸਕਦੇ, ਜਾਂ ਪਾਸਟ ਦੇ ਵਿੱਚ ਉਹਨਾਂ ਬਾਰੇ ਕਦੇ ਸੋਚਿਆ ਨਹੀਂ ਹੋਵੇਗਾ। ਬੋਲੀ ਹਾਲੇਲੂਇਆ। ਸਾਰੇ ਭੈਣ ਭਾਈ ਜੋ ਬੱਚੇ ਨੇ ਉਹਨਾਂ ਨੂੰ ਚੁੱਪ ਕਰਾ ਕੇ ਰੱਖੀਏ, ਤਾਂ ਕਿ ਜਦੋਂ ਪਰਮੇਸ਼ਰ ਦਾ ਵਚਨ ਚੱਲਦਾ ਤਾਂ ਤੁਹਾਨੂੰ ਕੋਈ ਡਿਸਟਰਬੈਂਸ ਨਾ ਕ੍ਰੀਏਟ ਹੋਵੇ, ਤੁਸੀਂ ਇੱਧਰ ਉੱਧਰ ਨਾ ਭਟਕੋ, ਪਰਮੇਸ਼ਵਰ ਦੇ ਰਾਸਤੇ ਦੇ ਉੱਤੇ ਬਣੇ ਰਹੋ। ਮੈਂ ਤੁਹਾਨੂੰ ਦੱਸਣਾ ਚਾਹਣਾ, ਪਿਛਲੇ ਸਮੇਂ ਦੇ ਵਿੱਚ ਮੈਂ ਇਹ ਘਰੇ ਵੀ ਵਚਨ ਸੁਣਾਇਆ ਸੀ। ਅੱਜ ਮੈਂ ਇਹ ਵਚਨ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਕਿ ਪਰਮੇਸ਼ਵਰ ਦੀ ਤੁਹਾਡੀ ਜ਼ਿੰਦਗੀ ਦੇ ਲਈ ਕੀ ਯੋਜਨਾ ਹੈ। ਸਾਡੇ 3 ਵੱਡੇ ਦੁਸ਼ਮਣ ਹਨ। ਮੈਂ ਸੋਚਦਾ ਕਿ ਇਹ ਪ੍ਰਚਾਰ ਕਰਨਾ ਇਸ ਜਗ੍ਹਾ 'ਤੇ ਅਨਿਵਾਰੀ ਹੈ, ਜ਼ਰੂਰੀ ਆ। ਜਦੋਂ ਅਸੀਂ ਜਾਣਾਂਗੇ ਸਾਡੇ ਕਿਹੜੇ 3 ਵੱਡੇ ਦੁਸ਼ਮਣ ਨੇ ਜਿਹਨਾਂ ਤੁਸੀਂ ਬਚਣਾ ਹੈ, ਉਹਨਾਂ ਦੀ ਯੋਜਨਾ ਨੂੰ ਪੂਰੇ ਹੋਣ ਨਹੀਂ ਦੇਣਾ, ਪਰਮੇਸ਼ਵਰ ਦੀ ਮਰਜ਼ੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰੇ ਹੋਣ ਦੇਣਾ ਹੈ। ਸਾਡੇ 3 ਵੱਡੇ ਦੁਸ਼ਮਣ ਕਿਹੜੇ ਨੇ? ਪਹਿਲਾ ਕੀ ਆ? ਸੰਸਾਰ। ਦੂਸਰਾ ਕੀ ਆ? ਸਰੀਰ। ਤੀਸਰਾ ਕੀ ਆ? ਸ਼ੈਤਾਨ। ਸਾਡੇ 3 ਵੱਡੇ ਦੁਸ਼ਮਣ ਨੇ। ਪਹਿਲਾ ਕੀ ਆ? ਸੰਸਾਰ। ਦੂਸਰਾ ਕੀ ਆ? ਸਰੀਰ। ਤੀਸਰਾ ਕੀ ਆ? ਜੇ ਤੁਹਾਡੇ ਕੋਲ ਕਾਪੀ ਦੇ ਪੈਨ ਹੈ, ਤੁਸੀਂ ਲਿਖ ਸਕਦੇ ਹੋ। ਆਪਣੇ ਕੋਲ ਇੱਕ ਹਾਈਲਾਈਟਰ ਰੱਖਿਆ ਕਰੋ, ਕਿਉਂਕਿ ਜਦੋਂ ਤੁਹਾਨੂੰ ਕੋਈ ਵਰਸ ਵਧੀਆ ਲੱਗਦੀ ਉਸ ਨੂੰ ਹਾਈਲਾਈਟ ਕਰ ਲਓ, ਚਮਕਾ ਲਓ। ਜੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਚਮਕਾਓਗੇ, ਪਰਮੇਸ਼ਰ ਦਾ ਵਚਨ ਤੁਹਾਨੂੰ ਚਮਕਾਵੇਗਾ। ਜੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਚਮਕਾਓਗੇ ਤਾਂ ਪਰਮੇਸ਼ਰ ਦਾ ਵਚਨ ਤੁਹਾਨੂੰ ਕੀ ਆ? ਚਮਕਾਵੇਗਾ। ਸਾਡੇ 3 ਦੁਸ਼ਮਣ ਵੱਡੇ ਕਿਹੜੇ ਨੇ? ਸੰਸਾਰ, ਸਰੀਰ ਤੇ ਸ਼ੈਤਾਨ। ਹੁਣ ਆਪਾਂ ਦੇਖਾਂਗੇ ਵੀ ਜੋ ਸੰਸਾਰ ਆ ਸਾਡਾ ਦੁਸ਼ਮਣ ਕਿਵੇਂ ਆ। ਇਹ ਦੁਨੀਆ, ਪੂਰਾ ਯੂਨੀਵਰਸ ਆ, ਪੂਰਾ ਸੰਸਾਰ ਸਾਡਾ ਦੁਸ਼ਮਣ ਕਿਵੇਂ ਆ, ਸਾਡਾ ਐਨੀਮੀ ਕਿਵੇਂ ਆ। ਇਹ ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪੜਾਂਗੇ। ਪਹਿਲਾ ਯਹੋਨਾ 2:15 ਪੜ੍ਹੀਏ। ਪਹਿਲਾ ਯਹੋਨਾ 1 ਜੌਨ 2:15। ਪਹਿਲਾ ਯਹੋਨਾ 2:15 ਪੜਾਂਗੇ। ਹਾਲੇਲੂਇਆ। ਇਹਦੇ ਕੀ ਲਿਖਿਆ ਕਿ ਸੰਸਾਰ ਦੇ ਨਾਲ ਮੋਹ ਨਾ ਰੱਖੋ, ਨਾ ਉਹਨਾਂ ਵਸਤਾਂ ਦੇ ਨਾਲ ਜੋ ਇਸ ਸੰਸਾਰ ਦੇ ਵਿੱਚ ਹਨ। ਸੰਸਾਰ ਸਾਡਾ ਦੁਸ਼ਮਣ ਕਿਵੇਂ ਹੈ? ਆਪਣੀਆਂ ਵਸਤਾਂ ਦੇ ਰਾਹੀਂ। ਆਪਣੀਆਂ ਵਸਤਾਂ ਦੇ ਰਾਹੀਂ ਸੰਸਾਰ ਕੀ ਹੈ? ਸਾਡਾ ਦੁਸ਼ਮਣ ਹੈ, ਸਾਡਾ ਕੀ ਹੈ? ਐਨੀਮੀ ਹੈ। ਕਿਉਂਕਿ ਕੁਝ ਸੰਸਾਰਿਕ ਵਸਤਾਂ ਅਜਿਹੀਆਂ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦੀਆਂ ਨੇ ਜੋ ਸਾਨੂੰ ਪ੍ਰਭੂ ਤੋਂ ਦੂਰ ਕਰਦੀਆਂ ਨੇ, ਜੋ ਸਾਨੂੰ ਉਸ ਪਰਮੇਸ਼ਵਰ ਤੋਂ, ਉਸ ਜ਼ਿੰਦਾ ਪਰਮੇਸ਼ਵਰ ਤੋਂ, ਜਿਸ ਨੇ ਸਾਰੀ ਕਾਇਨਾਤ ਨੂੰ, ਇਸ ਧਰਤੀ ਨੂੰ, ਇਸ ਅਸਮਾਨ ਨੂੰ ਬਣਾਇਆ ਹੈ। ਸੰਸਾਰ ਸਾਡਾ ਦੁਸ਼ਮਣ ਆਪਣੀਆਂ ਵਸਤਾਂ ਦੇ ਰਾਹੀਂ ਹੈ। ਕਈ ਵਾਰ ਮੋਬਾਈਲ, ਇਸ ਦੁਨਿਆਵੀ ਵਸਤੂ ਇੱਕ ਸਾਨੂੰ ਪਰਮੇਸ਼ਵਰ ਤੋਂ ਕੀ ਕਰਦੀ ਹੈ? ਦੂਰ ਕਰਦੀ ਹੈ। ਜ਼ਿਆਦਾ ਟੀਵੀ ਦੇਖਣਾ ਸਾਨੂੰ ਪ੍ਰਭੂ ਤੋਂ ਦੂਰ ਕਰਦਾ ਹੈ। ਕਈ ਵਾਰ ਅਸੀਂ ਕੰਮ ਦੇ ਵਿੱਚ ਇੰਨੇ ਵਿਅਸਤ ਹੋ ਜਾਂਦੇ ਹਾਂ, ਸਾਨੂੰ ਕੋਈ ਖਿਆਲ ਨਹੀਂ ਹੁੰਦਾ ਪ੍ਰਭੂ ਦਾ, ਸਾਡੇ ਤੇ ਪੂਰਾ ਪ੍ਰੈਸ਼ਰ ਹੁੰਦਾ ਆਪਦੇ ਕੰਮ ਦਾ, ਆਪਣਾ ਫੋਕਸ ਕੀ ਆ? ਸਿਰਫ ਕੰਮ ਦੇ ਉੱਤੇ ਹੁੰਦਾ। ਪਰਮੇਸ਼ਰ ਦੇ ਵਚਨ ਤੋਂ ਆਪਣਾ ਧਿਆਨ ਕੀ ਆ?
ਹਟ ਜਾਂਦਾ। ਪਰ ਤਿੰਨ ਚੀਜ਼ਾਂ ਜ਼ਿੰਦਗੀ ਦੇ ਵਿੱਚ ਜੋ ਬਹੁਤ ਜ਼ਰੂਰੀ ਨੇ ਹਰ ਇੱਕ ਇਨਸਾਨ ਦੇ ਲਈ, ਹਰ ਇੱਕ ਭੈਣ ਦੇ ਲਈ, ਹਰ ਇੱਕ ਭਾਈ ਦੇ ਲਈ। ਤਿੰਨ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ। ਤੁਹਾਡੀ ਪਰਸਨਲ ਪ੍ਰੇਅਰ, ਪਰਸਨਲ ਵਰਸ਼ਿਪ, ਪਰਸਨਲ ਰੀਡਿੰਗ, ਬਾਈਬਲ ਦੀ ਰੀਡਿੰਗ। ਜਦੋਂ ਤੁਸੀਂ ਪ੍ਰਾਰਥਨਾ ਕਰੋਗੇ, ਘਰੇ ਬੈਠ ਕੇ ਆਰਾਧਨਾ ਕਰੋਗੇ, ਬਚਨ ਪੜ੍ਹੋਗੇ, ਤਾਂ ਇਹ ਤਿੰਨ ਚੀਜ਼ਾਂ ਤੁਹਾਨੂੰ ਸਫਲ ਕਰ ਸਕਦੀਆਂ ਨੇ। ਇਹ ਤਿੰਨ ਚੀਜ਼ਾਂ ਤੁਹਾਨੂੰ ਉਚਾਈ ਦੇ ਵੱਲ ਲੈ ਕੇ ਜਾ ਸਕਦੀਆਂ ਨੇ। ਇਹ ਤਿੰਨ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡਾ ਕੰਮ ਕਰ ਸਕਦੀਆਂ ਨੇ। ਆਪਾਂ ਸੋਚਦੇ ਹਾਂ ਕਿ ਜੋ ਭੈਣ ਭਾਈ ਭਜਨ ਗਾਉਂਦੇ ਨੇ, ਜੋ ਭੈਣ ਭਾਈ ਆਰਾਧਨਾ ਕਰਦੇ ਨੇ, ਸਿਰਫ ਉਹੀ ਪ੍ਰਭੂ ਦੇ ਆਰਾਧਕ ਨੇ, ਵੀ ਉਹੀ ਪਰਮੇਸ਼ਰ ਦੇ ਆਰਾਧਕ ਨੇ। ਪਰ ਨਹੀਂ, ਪਰਮੇਸ਼ਰ ਦਾ ਆਰਾਧਕ ਉਹ ਆ ਜੋ ਪੂਰੇ ਦਿਲ ਤੇ ਜਾਨ ਦੇ ਨਾਲ ਪਰਮੇਸ਼ਰ ਦੀ ਗੱਲ ਨੂੰ ਕੀ ਆ ਮੰਨਦਾ ਹੈ। ਜੇ ਯਿਸੂ ਮਸੀਹ ਨੇ ਕਿਹਾ ਤੂੰ ਕਿਸੇ ਦੇ ਵੱਲ ਬੁਰੀ ਨਜ਼ਰ ਦੇ ਨਾਲ ਨਾ ਦੇਖ, ਜੋ ਇਨਸਾਨ ਉਸ ਦੇ ਵੱਲ ਬੁਰੀ ਨਜ਼ਰ ਦੇ ਨਾਲ ਨਹੀਂ ਦੇਖ ਰਿਹਾ, ਆਪਣੇ ਪ੍ਰਭੂ ਦਾ ਕਹਿਣਾ ਮੰਨਦਾ ਗਾ, ਆਪਣੇ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰਾ ਕਰਦਾ, ਤਾਂ ਉਹ ਪਰਮੇਸ਼ਵਰ ਦਾ ਕੀ ਆ ਆਰਾਧਕ ਹੈ। ਸੰਸਾਰ ਸਾਡਾ ਕਿਵੇਂ ਦੁਸ਼ਮਣ ਹੈ? ਸਾਡੀਆਂ ਸੰਸਾਰਿਕ ਵਸਤਾਂ ਦੇ ਰਾਹੀਂ। ਹਾਲੇਲੂਇਆ। ਇੱਕ ਆਇਤ ਹੋਰ ਪੜਾਂਗੇ, ਦੂਸਰਾ ਪੁਆਇੰਟ ਇਹਦਾ ਆਪਸੀਆਂ 2:2 ਪੜ੍ਹੀਏ। ਆਪਸੀਆਂ 2:2 ਪੜ੍ਹੀਏ। ਹਾਲੇਲੂਇਆ, ਆਮੀਨ। ਇੱਥੇ ਲਿਖਿਆ ਕਿ ਸੰਸਾਰ ਸਾਡਾ ਕਿਵੇਂ ਦੁਸ਼ਮਣ ਹੈ? ਆਪਣੀ ਰਾਹਾਂ ਦੇ ਰਾਹੀਂ। ਸੰਸਾਰ ਦੇ ਰਾਹ ਹੋਰ ਨੇ ਤੇ ਪਰਮੇਸ਼ਵਰ ਦੇ ਰਾਹ ਹੋਰ ਨੇ। ਯਿਸੂ ਮਸੀਹ ਨੂੰ ਇੱਕ ਵਾਰ ਫਰੀਸੀ ਪੁੱਛਦੇ ਨੇ ਵੀ ਤੂੰ ਕਿੱਥੋਂ ਆਇਆ, ਕੀ ਕਰਦਾ, ਤੇਰਾ ਕੰਮ, ਵੀ ਤੂੰ ਅਜਿਹੇ ਚਿੰਨ੍ਹ ਕਿਸ ਤਰ੍ਹਾਂ ਕਰਦਾ? ਤਾਂ ਯਿਸੂ ਮਸੀਹ ਨੇ ਕੀ ਕਿਹਾ ਕਿ ਜਿਸ ਰਾਸਤੇ ਤੋਂ ਮੈਂ ਆਇਆ ਉਸ ਰਾਸਤੇ ਨੂੰ ਤੁਸੀਂ ਨਹੀਂ ਜਾਣਦੇ। ਤੁਸੀਂ ਇਸ ਦੁਨੀਆ ਦੇ ਰਾਸਤੇ ਨੂੰ ਜਾਣਦੇ ਹੋ। ਜੇ ਆਪਾਂ ਨੇ ਕਿਤੇ ਜਾਣਾ ਹੋਵੇ, ਇੱਥੋਂ ਭਦੌੜ ਜਾਣਾ ਹੋਵੇ, ਆਪਾਂ ਨੂੰ ਰਾਸਤਾ ਪਤਾ ਹੈ, ਪਰ ਆਪਾਂ ਨੂੰ ਸਵਰਗ ਦਾ ਰਾਸਤਾ ਪਤਾ ਨਹੀਂ ਹੈ, ਕਿਉਂਕਿ ਆਪਾਂ ਕਦੇ ਸਵਰਗ ਨਹੀਂ ਗਏ। ਪਰ ਯਿਸੂ ਮਸੀਹ ਨੇ ਕੀ ਕਿਹਾ? ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ। ਰਾਹ ਵੀ ਮੈਂ ਆ, ਸੱਚਾਈ ਵੀ ਮੈਂ ਆ, ਤੇ ਜੀਵਨ ਵੀ ਮੈਂ ਹਾਂ। ਹਾਲੇਲੂਇਆ। ਸਾਨੂੰ ਪਤਾ ਲੱਗਿਆ ਕਿ ਸੰਸਾਰ ਕਿਵੇਂ ਸਾਡਾ ਦੁਸ਼ਮਣ ਆ। ਆਪਣੀਆਂ ਵਸਤਾਂ ਦੇ ਰਾਹੀਂ, ਆਪਣੇ ਰਾਹਾਂ ਦੇ ਰਾਹੀਂ। ਕਦੇ ਵੀ ਦੁਨਿਆਵੀ ਵਸਤਾਂ ਨੂੰ ਆਪਣੇ ਵਿੱਚ ਨਾ ਆਉਣ ਦਿਓ। ਦੁਨਿਆਵੀ ਰਾਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਾ ਅਪਣਾਓ। ਹਮੇਸ਼ਾ ਆਤਮਿਕਤਾ ਦੇ ਵਿੱਚ ਵੱਧਦੇ ਜਾਓ। ਆਤਮਿਕ ਗੱਲਾਂ ਦੀ ਭਾਲ ਕਰੋ ਕਿ ਪਰਮੇਸ਼ਵਰ ਨੂੰ ਕਿਹੜੀਆਂ ਗੱਲਾਂ ਪਸੰਦ ਨੇ। ਆਪਣੇ ਆਪ ਨੂੰ ਅਜਿਹੇ ਲੋਕਾਂ ਦੇ ਨਾਲ ਘੇਰ ਕੇ ਰੱਖੋ ਜੋ ਤੁਹਾਨੂੰ ਆਤਮਾ ਦੇ ਵਿੱਚ ਵਧਾਉਂਦੇ ਨੇ, ਨਾ ਕਿ ਅਜਿਹੇ ਲੋਕਾਂ ਨਾਲ ਘੇਰ ਕੇ ਰੱਖੋ ਜੋ ਤੁਹਾਨੂੰ ਨੀਚੇ ਗਿਰਾਉਂਦੇ ਨੇ। ਧਿਆਨ ਕਰੀਏ ਇਸ ਵਚਨ ਦੇ ਉੱਤੇ। ਆਪਣੇ ਆਪ ਨੂੰ ਅਜਿਹੇ ਲੋਕਾਂ ਦੇ ਨਾਲ ਕਵਰ ਕਰਕੇ ਰੱਖੋ ਜੋ ਤੁਹਾਨੂੰ ਪ੍ਰਭੂ ਦੇ ਵਿੱਚ ਵਧਾਉਂਦੇ ਨੇ, ਉੱਚਾ ਲੈ ਕੇ ਜਾਂਦੇ ਨੇ। ਅਜਿਹੇ ਲੋਕਾਂ ਦੇ ਨਾਲ ਨਾ ਰਹੋ ਜੋ ਤੁਹਾਨੂੰ ਨੀਚੇ ਲੈ ਕੇ ਜਾਂਦੇ ਨੇ। ਮਛਲੀ ਸਮੁੰਦਰ ਦੇ ਵਿੱਚ ਰਹਿੰਦੀ ਆ, ਉਸਨੂੰ ਤੁਸੀਂ ਸਮੁੰਦਰ ਤੋਂ ਬਾਹਰ ਕੱਢੋਗੇ, ਉਹ ਖਾਰੀ ਕਦੇ ਵੀ ਨਹੀਂ ਹੁੰਦੀ। ਉਸੇ ਤਰ੍ਹਾਂ ਤੁਸੀਂ ਇਸ ਦੁਨੀਆ ਦੇ ਵਿੱਚ ਰਹੋ। ਤੁਹਾਡੇ ਵਿੱਚ ਦੁਨਿਆਵੀ ਗੱਲਾਂ ਨਹੀਂ ਹੋਣੀ ਚਾਹੀਦੀਆਂ। ਸੰਸਾਰ ਤੁਹਾਨੂੰ ਜਿੰਨਾ ਮਰਜ਼ੀ, ਲੋਕ ਕੁਝ ਮਰਜ਼ੀ ਕਹਿਣ, ਆਹ ਕਰ ਲਾ, ਜਾਂ ਆਪਾਂ ਸਿਨੇਮੇ ਚੱਲਦੇ ਹਾਂ, ਫਿਲਮਾਂ ਦੇਖ ਕੇ ਆਉਣੇ, ਉੱਥੇ ਗੇੜੇ ਕੱਢ ਕੇ ਆਉਣੇ ਆ, ਉੱਥੇ ਜਾ ਕੇ ਆਉਣੇ, ਆਹ ਕਰਦੇ ਆ, ਉਹ ਕਰਦੇ ਆ, ਪਰ ਸੰਸਾਰਿਕ ਗੱਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਪਰਮੇਸ਼ਵਰ ਦੀਆਂ ਅਦਭੁਤ ਗੱਲਾਂ ਜੋ ਉਸਦੇ ਵਚਨ ਦੇ ਵਿੱਚ ਲਿਖੀਆਂ ਹੋਈਆਂ ਨੇ, ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨ। ਹਾਲੇਲੂਇਆ। ਕਈ ਆਪਣੇ ਪਰਮੇਸ਼ਵਰ ਨੇ ਆਪਾਂ ਨੂੰ ਕੀ ਕਿਹਾ? ਕਈ ਲੋਕ ਸੋਚਦੇ ਕਿ ਇਹ ਮੇਰਾ ਦੁਸ਼ਮਣ ਆ। ਕਦੇ ਵੀ ਆਪਦੇ ਦੁਸ਼ਮਣਾਂ ਦੇ, ਆਪਦੇ ਐਨੀਮੀ ਜੋ ਤੁਹਾਡੇ ਦੁਸ਼ਮਣ ਨੇ, ਉਹਨਾਂ ਦੇ ਖਤਮ ਹੋਣ ਦੇ ਲਈ ਪ੍ਰਾਰਥਨਾ ਨਾ ਕਰੋ। ਉਹਨਾਂ ਦੇ ਖਤਮ ਹੋਣ ਦੇ ਲਈ ਪ੍ਰਾਰਥਨਾ ਨਾ ਕਰੋ। ਪਰਮੇਸ਼ਵਰ ਨੇ ਕੀ ਕਿਹਾ ਕਿ ਮੈਂ ਤੁਹਾਡੇ ਦੁਸ਼ਮਣਾਂ ਦੇ ਅੱਗੇ ਵੱਡਾ ਮੇਜ਼ ਵਿਛਾਵਾਂਗਾ, ਦੁਨੀਆ ਦੀਆਂ ਸਾਰੀਆਂ ਬਰਕਤਾਂ, ਸਾਰੇ ਪ੍ਰਕਾਰ ਦਾ ਧਨ ਉੱਥੇ ਹੋਵੇਗਾ। ਫਿਰ ਤੁਸੀਂ ਦੇਖੋਗੇ, ਹਾਲੇਲੂਇਆ, ਤੁਹਾਡੇ ਦੁਸ਼ਮਣ ਦੇਖਣਗੇ ਜਿਨ੍ਹਾਂ ਨੂੰ ਤੁਸੀਂ ਖਤਮ ਕਰਨ ਦੇ ਬਾਰੇ ਸੋਚ ਰਹੇ ਹੋ ਵੀ ਇਹ ਬੰਦਾ ਮੈਨੂੰ ਵਧੀਆ ਨਹੀਂ ਲੱਗਦਾ, ਮੈਨੂੰ ਨਾ ਬੁਲਾਵੇ। ਪਰ ਪਰਮੇਸ਼ਰ ਸਾਨੂੰ ਕੀ ਕਹਿ ਰਿਹਾ ਕਿ ਮੈਂ ਤੇਰੇ ਦੁਸ਼ਮਣਾਂ ਦੇ ਅੱਗੇ ਇੱਕ ਮੇਜ਼ ਵਿਛਾਵਾਂਗਾ, ਉੱਥੇ ਤੇਰੀਆਂ ਸਾਰੀਆਂ ਬਰਕਤਾਂ ਪਈਆਂ ਹੋਣਗੀਆਂ। ਫਿਰ ਤੇਰੇ ਦੁਸ਼ਮਣ ਉਹਨਾਂ ਨੂੰ ਦੇਖਣਗੇ। ਹਾਲੇਲੂਇਆ। ਸੈਕੰਡ ਪੁਆਇੰਟ, ਸਰੀਰ ਸਾਡਾ ਕਿਵੇਂ ਦੁਸ਼ਮਣ ਹੈ? ਸਰੀਰ। ਪਹਿਲਾਂ ਆਪਾਂ ਦੇਖਿਆ ਕਿ ਸੰਸਾਰ ਸਾਡਾ ਕਿਵੇਂ ਦੁਸ਼ਮਣ ਆ। ਸੈਕੰਡ ਥਿੰਗ ਆ ਬੋਡੀ, ਸਰੀਰ ਸਾਡਾ ਦੁਸ਼ਮਣ ਕਿਵੇਂ ਹੈ। ਅੱਜ ਇਨਸਾਨ
ਆਪਣੇ ਸਰੀਰ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਹੈ। ਸ਼ੀਸ਼ੇ ਦੇ ਮੂਹਰੇ 2-2 ਘੰਟੇ ਖੜ ਕੇ ਮੇਕਅਪ ਕਰਦੇ ਨੇ, ਹੋਰ ਪਤਾ ਨਹੀਂ ਕੀ ਕੁਝ ਕਰਦੇ ਨੇ, ਕਿਉਂਕਿ ਉਹਨਾਂ ਨੂੰ ਐਂ ਆ ਵੀ ਮੈਂ ਸਾਰਿਆਂ ਨੂੰ ਸੋਹਣਾ ਲੱਗਾ, ਸਾਰਿਆਂ ਨੂੰ ਵਧੀਆ ਲੱਗਾ। ਆਪਣੇ ਸਰੀਰ ਨੂੰ ਕੀ ਕਰਦੇ ਨੇ? ਪਿਆਰ ਕਰਦੇ ਨੇ। ਪਰ ਸਰੀਰ ਸਾਡਾ ਦੁਸ਼ਮਣ ਕਿਵੇਂ ਆ? ਇਹ ਪੜ੍ਹੀਏ, ਪਹਿਲਾਂ ਕੁਰਿੰਥੀਆਂ 10:7 ਪੜ੍ਹੀਏ। ਹਾਲੇਲੂਇਆ। ਇੱਥੇ ਲਿਖਿਆ ਉਹ ਲੋਕ ਖਾਣ ਪੀਣ ਬੈਠੇ ਅਤੇ ਹੱਸਣ ਖੇਡਣ ਨੂੰ ਉੱਠੇ। ਸਾਡਾ ਸਰੀਰ ਦੁਸ਼ਮਣ ਕਿਵੇਂ ਆ? ਭੋਜਨ ਦੇ ਨਾਲ। ਕਈ ਵਾਰ ਲੋਕਾਂ ਨੂੰ ਆਪਾਂ ਕਹਿੰਦੇ ਆ ਵੀ ਅੱਜ ਸ਼ਹਿਰਾਵਾਨੀ ਆ, ਅੱਜ ਬੰਦਗੀ ਦੇ ਵਿੱਚ ਆਈ। ਕਈ ਵਾਰ ਸੋਚਦੇ ਨੇ ਕਿ ਉੱਥੇ ਹਾਂ ਅੱਜ ਲੰਗਰ ਲੱਗਿਆ ਹੋਊਗਾ, ਅੱਜ ਭੋਜਨ ਹੋਊਗਾ, ਆਪਾਂ ਬੰਦਗੀ ਦੇ ਵਿੱਚ ਚੱਲਦੇ ਹਾਂ। ਕਈ ਵਾਰ ਸਰੀਰ ਸਾਡਾ ਦੁਸ਼ਮਣ ਹੁੰਦਾ ਭੋਜਨ ਦੇ ਦੁਆਰਾ। ਜ਼ਿਆਦਾ ਖਾਣਾ ਵੀ ਸਿਹਤ ਦੇ ਲਈ ਕੀ ਆ? ਹਾਨੀਕਾਰਕ ਆ। ਤੁਸੀਂ ਜ਼ਿਆਦਾ ਰਾਤ ਨੂੰ ਜ਼ਿਆਦਾ ਖਾ ਕੇ ਤੁਸੀਂ ਪ੍ਰਾਰਥਨਾ ਦੇ ਵਿੱਚ ਬੈਠੋਗੇ, ਤੁਹਾਨੂੰ ਨੀਂਦ ਆਈ ਜਾਊਗੀ। ਉਸੇ ਤਰ੍ਹਾਂ ਭੋਜਨ ਵੀ ਤੁਹਾਡੇ ਕੀ ਆ? ਇੱਕ ਦੁਸ਼ਮਣ ਹੈ। ਸਰੀਰ ਦਾ ਪ੍ਰਭੂ ਦੇ ਨਾਲ ਕੋਈ ਰਿਲੇਸ਼ਨ ਨਹੀਂ ਆ, ਪਰ ਉਸ ਦਾ ਆਤਮਾ ਜੋ ਸਾਡੇ ਵਿੱਚ ਕੰਮ ਕਰਦਾ ਹੈ ਉਹ ਸਾਨੂੰ ਕੀ ਆ? ਉન્નਤੀ ਤੇ ਲੈ ਕੇ ਜਾਂਦਾ ਹੈ। ਹਾਲੇਲੂਇਆ। ਉਹ ਪਰਮੇਸ਼ਵਰ ਸਾਨੂੰ ਉન્નਤੀ ਤੇ ਲੈ ਕੇ ਜਾਏਗਾ। ਮੈਂ ਦੇਖ ਰਿਹਾ ਸੀ, ਮੈਨੂੰ ਪਰਮੇਸ਼ਰ ਨੇ ਦੱਸਿਆ ਕਿ ਬਹੁਤ ਲੋਕ ਥੋੜੇ ਮੈਨੂੰ ਦਿਖਾਏ ਪਰਮੇਸ਼ਰ ਨੇ ਕਿ ਉਸ ਵੇਲੇ ਪ੍ਰਾਰਥਨਾ ਦੇ ਵਿੱਚ ਘਟ ਗਏ ਹਨ। ਪਹਿਲਾਂ ਬਹੁਤ ਪ੍ਰਾਰਥਨਾ ਕਰਦੇ ਸੀ, ਪਰ ਹੁਣ ਇਸ ਸਮੇਂ ਪ੍ਰਾਰਥਨਾ ਦੇ ਵਿੱਚ ਘਟ ਗਏ ਹਨ। ਪਰ ਤੁਹਾਨੂੰ ਪ੍ਰਾਰਥਨਾ ਦੇ ਵਿੱਚ ਵਧਣ ਦੀ ਜ਼ਰੂਰਤ ਹੈ। ਤੁਹਾਨੂੰ ਪ੍ਰਾਰਥਨਾ ਦੇ ਵਿੱਚ ਵਧਣ ਦੀ ਜ਼ਰੂਰਤ ਹੈ। ਜੇ ਤੁਸੀਂ 2022 ਦੇ ਵਿੱਚ ਆਸ਼ੀਸ਼ਾਂ ਬਰਕਤਾਂ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਧਣ ਦੀ ਲੋੜ ਹੈ। ਪ੍ਰਾਰਥਨਾ ਦੇ ਵਿੱਚ ਵਧਣ ਦੀ ਲੋੜ ਹੈ। ਮਸੀਹ ਦੇ ਵਿੱਚ ਵਧਣ ਦੀ ਲੋੜ ਹੈ। ਪੌਲਸ ਕਹਿੰਦਾ ਕਿ ਮੈਂ ਆਪਦੇ ਸਰੀਰ ਨੂੰ ਮਾਰਦਾ ਕੁੱਟਦਾ ਹਾਂ ਤੇ ਮੈਨੂੰ ਆਪਦੇ ਵੱਸ ਦੇ ਵਿੱਚ ਰੱਖਦਾ ਹਾਂ। ਆਪਦੇ ਸਰੀਰ ਨੂੰ ਮਾਰਦਾ ਕੁੱਟਦਾ ਕਿ ਮੈਂ ਉਧਰ ਦੇਖ ਲਿਆ, ਬਸ ਮੈਂ ਇੱਧਰ ਆਪਦੇ ਸਰੀਰ ਨੂੰ ਇੱਧਰ ਕਰ ਲਾ ਵੀ ਮੈਂ ਉਹ ਗਲਤ ਚੀਜ਼ ਨੂੰ ਨਾ ਦੇਖਾਂ। ਆਪਦੇ ਸਰੀਰ ਨੂੰ ਮਾਰਦਾ ਕੁੱਟਦਾ, ਇਹਨੂੰ ਆਪਦੇ ਵੱਸ ਦੇ ਵਿੱਚ ਰੱਖਦਾ ਹਾਂ। ਦੂਸਰਾ, ਸਰੀਰ ਸਾਡਾ ਕਿਵੇਂ ਦੁਸ਼ਮਣ ਹੈ? ਆइए पढ़िए पहला तमोथियुस 2:9। ਹਾਲੇਲੂਇਆ। ਦੂਸਰਾ ਪੁਆਇੰਟ ਕੀ ਆ? ਸਰੀਰ ਸਾਡਾ ਕਿਵੇਂ ਦੁਸ਼ਮਣ ਹੈ? ਦੂਸਰਾ ਕਿ ਸ਼ਿੰਗਾਰ ਦੇ ਦੁਆਰਾ। ਕਈ ਵਾਰ ਸਾਡਾ ਸ਼ਿੰਗਾਰ ਇੰਨਾ ਹੁੰਦਾ ਕਿ ਦੂਸਰਾ ਬੰਦਾ ਸਾਡੇ ਸ਼ਿੰਗਾਰ ਨੂੰ ਦੇਖ ਕੇ ਕੀ ਆ? ਅਟਰੈਕਟ ਹੁੰਦਾ। ਸ਼ੈਤਾਨ ਸਾਡੇ ਸ਼ਿੰਗਾਰ ਨੂੰ ਦੇਖ ਕੇ ਕੀ ਆ? ਅਟਰੈਕਟ ਹੁੰਦਾ। ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਸਿੰਪਲਿਸਿਟੀ ਇਜ਼ ਦਾ ਬੈਸਟ। ਵੀ ਜੋ ਸਿੰਪਲਿਸਿਟੀ ਆ ਤੁਹਾਡੇ ਵਿੱਚ, ਉਹ ਸਭ ਤੋਂ ਕੀ ਹੈ? ਬੈਸਟ ਹੈ, ਸਭ ਤੋਂ ਚੰਗੀ ਹੈ। ਹਾਲੇਲੂਇਆ। ਕਈ ਵਾਰ ਆਪਣਾ ਸ਼ਿੰਗਾਰ ਇੰਨਾ ਹੁੰਦਾ, ਕਈ ਵਾਰ ਕੋਈ ਮੁੰਡੇ ਤੁਸੀਂ ਦੇਖੇ ਹੋਣਗੇ ਸਾਈਡਾਂ ਤੋਂ ਬਾਲ ਕਟਾ ਲੈਂਦੇ ਨੇ, ਕਈ ਜਮਾਂ ਸਿੱਧੇ ਖੜੇ ਕਰ ਦਿੰਦੇ, ਤਾਂ ਲੋਕਾਂ ਦਾ ਅਟਰੈਕਸ਼ਨ ਕੀ ਉਹਨਾਂ ਦੇ ਵੱਲ ਬਣਦਾ ਜਾਂਦਾ ਹੈ ਕਿ ਇਹ ਬੰਦੇ ਨੇ ਕਿੱਦਾਂ ਦੇ ਬਾਲ ਕਟਾਏ ਹਨ। ਜਾਂ ਕੋਈ ਪੀਲੇ ਬਾਲ ਕਰਾ ਲਏ ਕਿਸੇ ਨੇ ਜੋ ਆਪਣੇ ਸਰੀਰ ਦਾ ਸ਼ਿੰਗਾਰ ਕਰਨਾ ਚਾਹੁੰਦਾ ਹੈ, ਉਹ ਪਰਮੇਸ਼ਰ ਦੇ ਰਾਜ ਤੋਂ ਕੀ ਆ? ਦੂਰ ਜਾਂਦਾ ਹੈ। ਯਿਸੂ ਮਸੀਹ ਨੇ ਕੀ ਆਖਿਆ? ਜੋ ਮੇਰੇ ਲਈ ਆਪਣੀ ਜਾਨ ਗਵਾਉਂਦਾ ਹੈ ਉਹ ਉਸ ਨੂੰ ਮਿਲ ਜਾਵੇਗੀ। ਜੋ ਆਪਣੀ ਜਾਨ ਦਾ ਆਦਰ ਕਰਦਾ ਹੈ, ਉਸ ਨੂੰ ਸੰਭਾਲ ਕੇ ਰੱਖਦਾ ਹੈ, ਉਸ ਨੂੰ ਬਚਾ ਕੇ ਰੱਖਦਾ ਹੈ, ਉਹ ਉਸ ਤੋਂ ਲੈ ਲਈ ਜਾਵੇਗੀ। ਇਸ ਲਈ ਆਪਣੇ ਸਰੀਰ ਦੇ ਦੁਆਰਾ, ਭੋਜਨ ਦੇ ਦੁਆਰਾ, ਸ਼ਿੰਗਾਰ ਦੇ ਦੁਆਰਾ ਕਿਸੇ ਦੂਸਰੇ ਵਿਅਕਤੀ ਨੂੰ ਤੁਸੀਂ ਗਿਰੇ ਹੋਏ ਦਿਖਣੇ ਨਹੀਂ ਚਾਹੀਦੇ। ਹਾਲੇਲੂਇਆ। ਹਮੇਸ਼ਾ ਆਤਮਾ ਦੇ ਵਿੱਚ ਵੱਧਦੇ ਜਾਓ, ਆਤਮਿਕ ਗੱਲਾਂ ਦੇ ਵਿੱਚ ਵੱਧਦੇ ਜਾਓ। ਪਰਮੇਸ਼ਰ ਦੇ ਵਚਨ ਦੇ ਉੱਤੇ ਫੋਕਸ ਕਰੋ, ਧਿਆਨ ਕਰੋ ਕਿ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਹੈ। ਤੀਸਰਾ ਪੁਆਇੰਟ ਦੇਖਾਂਗੇ, ਮੱਤੀ 26:35 ਪੜ੍ਹੀਏ।
पढ़ते जाइए। आमीन आमीन। अब ਅਸੀਂ ਪੜਿਆ, ਪਤਨਸ ਨੇ ਉਹਨੂੰ ਆਖਿਆ, ਭਾਵੇਂ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ। ਅਤੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ। ਤਦ ਯੀਸ਼ੂ ਉਹਨਾਂ ਦੇ ਨਾਲ ਗਤਸਮਨੀ ਨਾਮੇ ਇੱਕ ਥਾਂ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਇੱਥੇ ਬੈਠੋ ਜਿੰਨਾ ਚਿਰ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਾਂ। ਅਤੇ ਪਤਰਸ ਅਰ ਜਬਦੀ ਦੇ ਦੋਵੇਂ ਪੁੱਤਰਾਂ ਨੂੰ ਨਾਲ ਲੈ ਕੇ ਉਹ ਉਦਾਸ ਅਤੇ ਦਿਲਗੀਰ ਹੋਣ ਲੱਗਾ। ਫਿਰ ਉਸਨੇ ਉਹਨਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੀਕਰ ਉੱਥੇ ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। ਅਰ ਥੋੜਾ ਅੱਗੇ ਵੱਧ ਕੇ ਮੂੰਹ ਭਾਰ ਪੈ ਗਿਆ ਤੇ ਪ੍ਰਾਰਥਨਾ ਕਰਦੇ ਆਖਿਆ, ਹੇ ਮੇਰੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ, ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ, ਪਰ ਉਹ ਜੋ ਤੂੰ ਚਾਹੁੰਦਾ ਹੈ। ਅਤੇ ਚੇਲਿਆਂ ਦੇ ਕੋਲ ਆਣ ਕੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਇਹ ਕੀ ਤੁਹਾਤੋਂ ਮੇਰੇ ਨਾਲ ਇੱਕ ਘੜੀ ਵੀ ਜਾਗ ਨਾ ਹੋਇਆ। ਤੀਸਰਾ, ਸਰੀਰ ਸਾਡਾ ਕਿਵੇਂ ਦੁਸ਼ਮਣ ਹੈ? ਆਰਾਮ ਦੇ ਦੁਆਰਾ। ਯਿਸੂ ਮਸੀਹ ਪ੍ਰਾਰਥਨਾ ਕਰਨ ਦੇ ਲਈ ਜਾਂਦੇ ਆ। ਯਿਸੂ ਮਸੀਹ ਕਹਿੰਦੇ ਆ ਕਿ ਤੁਸੀਂ ਆਪਦੇ ਚੇਲਿਆਂ ਨੂੰ ਜਗ੍ਹਾ 'ਤੇ ਠਹਿਰੋ, ਮੈਂ ਪ੍ਰਾਰਥਨਾ ਕਰਕੇ ਆਉਣਾ, ਆ ਕੇ ਤੁਹਾਡੇ ਨਾਲ ਗੱਲਾਂ ਕਰਾਂਗਾ। ਪਰ ਜਦੋਂ ਯਿਸੂ ਮਸੀਹ ਪ੍ਰਾਰਥਨਾ ਕਰਕੇ ਆਉਂਦੇ ਆ, ਉਹ ਚੇਲੇ ਕੀ ਆ? ਸੁੱਤੇ ਪਏ ਹੁੰਦੇ ਆ। ਉਹ 35 ਅध्याय ਦੇ ਵਿੱਚ ਕੀ ਪੜ੍ਹਿਆ ਸੀ? ਪਤਰਸ ਨੇ ਕੀ ਕਿਹਾ? ਭਾਵੇਂ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ ਤਾਂ ਵੀ ਮੈਂ ਤੇਰਾ ਇਨਕਾਰ ਕਦੀ ਨਾ ਕਰਾਂਗਾ। ਪਰ ਯਿਸੂ ਮਸੀਹ ਨੇ ਕੀ ਕਿਹਾ? ਤੂੰ ਤਾਂ ਐਡੀ ਗੱਲ ਕਰਦਾ ਸੀ, ਮੈਂ ਹਜੇ ਪ੍ਰਾਰਥਨਾ ਹੀ ਕਰਕੇ ਆਇਆ, ਤੂੰ ਤਾਂ ਇਸ ਜਗ੍ਹਾ 'ਤੇ ਕੀ ਆ? ਸੁੱਤਾ ਪਿਆਗਾ। ਕਈ ਵਾਰ ਸਰੀਰ ਆਪਣਾ ਆਰਾਮ ਦੇ ਰਾਹੀਂ ਆਪਾਂ ਨੂੰ ਕੀ ਆ? ਪਰਮੇਸ਼ਵਰ ਤੋਂ ਦੂਰ ਕਰਦਾ ਹੈ। ਕਈ ਵਾਰ ਆਪਾਂ ਪ੍ਰਾਰਥਨਾ ਦੇ ਵਿੱਚ ਬੈਠਦੇ ਹਾਂ, ਬੰਦਗੀ ਕਰਨ ਦੇ ਵਿੱਚ ਬੈਠਦੇ ਹਾਂ, ਪਰ ਆਪਾਂ ਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਨੀਂਦ ਕੀ ਆ? ਆਪਾਂ ਨੂੰ ਪਰਮੇਸ਼ਵਰ ਤੋਂ ਦੂਰ ਕਰਦੀ ਹੈ। ਆਪਾਂ ਨੂੰ ਇਹ ਹੁੰਦਾ ਵੀ ਅੱਜ ਤਾਂ ਮੈਂ ਬਹੁਤ ਥੱਕ ਗਿਆ, ਮੈਂ ਜ਼ਿਆਦਾ ਕੰਮ ਕਰ ਲਿਆ, ਮੈਂ ਘਰੇ ਜਾ ਕੇ ਆਰਾਮ ਕਰਾਂਗਾ, ਪ੍ਰਾਰਥਨਾ ਨਹੀਂ ਕਰਾਂਗਾ। ਇਸ ਤਰ੍ਹਾਂ ਕੀ ਹੈ? ਸਰੀਰ ਸਾਡਾ ਦੁਸ਼ਮਣ ਹੈ। ਚੌਥਾ ਪੁਆਇੰਟ ਕੀ ਹੈ? ਆਈਏ ਪੜ੍ਹੀਏ, ਗਲਾਤੀਆਂ 5:24 ਪੜ੍ਹੀਏ। ਇਹ ਪਰਮੇਸ਼ਰ ਦਾ ਵਚਨ ਆਪਣੀਆਂ ਡਾਇਰੀਆਂ ਦੇ ਉੱਤੇ, ਕਿਤਾਬਾਂ ਦੇ ਉੱਤੇ ਲਿਖ ਲਈਏ, ਕਿਉਂਕਿ ਜਦੋਂ ਪਰਮੇਸ਼ਰ ਦਾ ਵਚਨ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਹੈ, ਇਨਸਾਨ ਕਈ ਵਾਰ ਘਰੇ ਜਾ ਕੇ ਵਚਨ ਭੁੱਲ ਜਾਂਦੇ ਨੇ। ਕਈ ਲੋਕ ਭੁੱਲ ਜਾਂਦੇ ਨੇ ਵੀ ਅੱਜ ਕੀ ਵਚਨ ਸੁਣਾਇਆ ਸੀ, ਪਰ ਜਦੋਂ ਤੁਸੀਂ ਲਿਖਿਆ ਹੋਵੇਗਾ ਕਾਪੀਆਂ ਦੇ ਉੱਤੇ, ਤੁਹਾਨੂੰ ਯਾਦ ਰਹੇਗਾ ਕਿ ਮੈਂ ਕੀ ਵਚਨ ਅੱਜ ਸੁਣ ਕੇ ਆਇਆ ਹਾਂ। ਹਾਲੇਲੂਇਆ। ਸਰੀਰ ਸਾਡਾ ਦੁਸ਼ਮਣ ਕਿਵੇਂ ਹੁੰਦਾ? ਕਈ ਵਾਰੀ ਸਰੀਰਿਕ ਕਾਮਨਾਵਾਂ ਦੇ ਦੁਆਰਾ। ਸਾਡੇ ਵਿੱਚ ਕਈ ਵਾਰ ਅਜਿਹੀਆਂ ਸਰੀਰਿਕ ਕਾਮਨਾਵਾਂ ਆ ਜਾਂਦੀਆਂ ਨੇ ਜਿਨ੍ਹਾਂ ਦੇ ਦੁਆਰਾ ਸਰੀਰ ਸਾਡਾ ਕੀ ਆ? ਦੁਸ਼ਮਣ ਬਣ ਜਾਂਦਾ। ਕਈ ਵਾਰੀ ਆਪਾਂ ਜਾ ਰਹੇ ਹਾਂ ਰਾਸਤੇ ਦੇ ਵਿੱਚ, ਆਪਾਂ ਕਿਸੇ ਦੇ ਵੱਲ ਗਲਤ ਨਜ਼ਰ ਦੇ ਨਾਲ ਦੇਖ ਰਿਹਾ, ਤਾਂ ਉਹ ਕੀ? ਸਾਡੀ ਸਰੀਰਿਕ ਕਾਮਨਾ ਹੈ। ਜੇ ਅਸੀਂ ਚਾਹੁੰਦੇ ਹਾਂ ਉਹ ਭਾਈ ਨੇ ਮੇਰੇ ਨਾਲ ਗਲਤ ਕੀਤਾ, ਮੈਂ ਵੀ ਚਾਹਾਂ ਕਿ ਉਹਦੇ ਨਾਲ ਗਲਤ ਹੋ ਜਾਵੇ, ਉਹਦੇ ਨਾਲ ਬੁਰਾ ਹੋ ਜਾਵੇ, ਉਹ ਕੀ ਹੈ? ਸਰੀਰਿਕ ਕਾਮਨਾ ਹੈ। ਆਪਣੀਆਂ ਅੱਖਾਂ ਦੇ ਵਿੱਚ ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਕਿ ਅੱਖ ਸਰੀਰ ਦਾ ਦੀਵਾ ਹੈ। ਜੇ ਦੀਵਾ ਹੀ ਬੁਝ ਗਿਆ ਤਾਂ ਸਾਰਾ ਸਰੀਰ ਕੀ ਆ? ਹਨੇਰਾ ਹੈ। ਜੇ ਦੀਵਾ ਹੀ ਬੁਝ ਗਿਆ, ਸਾਰਾ ਸਰੀਰ ਕੀ ਹੈ? ਜੇ ਤੇਰੀ ਅੱਖ ਹੀ ਮੈਲੀ ਆ ਤਾਂ ਤੇਰਾ ਸਾਰਾ ਸਰੀਰ ਵੀ ਸ਼ੁੱਧ ਨਹੀਂ ਹੋ ਸਕਦਾ। ਜੇ ਤੇਰੀ ਅੱਖ ਹੀ ਮੈਲੀ ਹੈ, ਤੇਰਾ ਸਾਰਾ ਸਰੀਰ ਸ਼ੁੱਧ ਨਹੀਂ ਹੋ ਸਕਦਾ। ਇਸ ਲਈ ਸਰੀਰ ਸਾਨੂੰ ਸਰੀਰਿਕ ਕਾਮਨਾਵਾਂ ਦੇ ਰਾਹੀਂ ਕੀ ਕਰਦਾ ਹੈ? ਭਰਮਾਉਂਦਾ ਹੈ। ਸਾਨੂੰ ਸਰੀਰਿਕ ਕਾਮਨਾਵਾਂ ਦੇ ਦੁਆਰਾ ਗਲਤ ਕੰਮ ਕਰਵਾਉਂਦਾ ਹੈ। ਕਈ ਲੋਕ ਵਿਵਚਾਰ ਦੇ ਵਿੱਚ ਡਿੱਗ ਜਾਂਦੇ ਨੇ, ਗਲਤ ਕੰਮਾਂ ਦੇ ਵਿੱਚ ਡਿੱਗ ਜਾਂਦੇ ਨੇ। ਕਿਸ ਵਜ੍ਹਾ ਨਾਲ? ਸਰੀਰਿਕ ਕਾਮਨਾ ਦੇ ਨਾਲ। ਇਨਸਾਨ ਆਪਣੇ ਮਾਈਂਡ ਦੇ ਵਿੱਚ, ਦਿਮਾਗ ਦੇ ਵਿੱਚ ਬਹੁਤ ਗਲਤ ਵਿਚਾਰ ਪਾਉਂਦਾ, ਆਪਣੀ ਸਰੀਰਿਕ ਕਾਮਨਾ ਵੀ। ਪਰ ਮੈਂ ਤੁਹਾਨੂੰ ਦੱਸਿਆ ਪੌਲਸ ਕੀ ਕਹਿ ਰਿਹਾ? ਕਿ ਮੈਂ ਆਪਣੇ ਸਰੀਰ ਨੂੰ ਮਾਰ ਕੁੱਟ ਕੇ ਵੀ ਮੈਂ ਕੰਮ ਕਰਨਾ ਨਹੀਂ, ਕੁਝ ਮਰਜ਼ੀ ਹੋ ਜੇ, ਕੰਮ ਮੈਂ ਕਰਨਾ ਹੀ ਨਹੀਂ, ਉਸਦੇ ਵੱਲ ਮੈਂ ਦੇਖਣਾ ਹੀ ਨਹੀਂ। ਇੱਕ ਆਪਣੀ ਜ਼ਿੰਦਗੀ ਦੇ ਵਿੱਚ ਗੱਲ ਅਪਣਾ ਲਓ ਕਿ ਜੇ ਕੋਈ ਚੀਜ਼ ਤੁਹਾਨੂੰ ਪਾਪ ਦੇ ਵੱਲ ਲੈ ਕੇ ਜਾਂਦੀ ਹੈ, ਸਰੀਰਕ ਕਾਮਨਾ ਦੇ ਵੱਲ ਲੈ ਕੇ ਜਾਂਦੀ ਹੈ, ਉਸ ਚੀਜ਼ ਨੂੰ ਦੇਖਣਾ ਬੰਦ ਕਰ ਦਿਓ। ਜੇ ਮੋਬਾਈਲ ਤੁਹਾਨੂੰ ਪਾਪ ਦੇ ਵਿੱਚ ਲੈ ਕੇ ਜਾਂਦਾ ਹੈ, ਸਰੀਰਕ ਕਾਮਨਾ ਤੁਹਾਡੇ ਵਿੱਚ ਉਤਪੰਨ ਕਰਦਾ ਹੈ, ਮੋਬਾਈਲ ਨੂੰ ਦੇਖਣਾ ਬੰਦ ਕਰ ਦਿਓ। ਬੋਲੀ ਹਾਲੇਲੂਇਆ। ਹੁਣ ਤੱਕ ਆਪਾਂ ਸਿੱਖਿਆ ਸੰਸਾਰ ਕਿਵੇਂ ਸਾਡਾ ਦੁਸ਼ਮਣ ਹੈ, ਸਰੀਰ ਕਿਵੇਂ ਸਾਡਾ ਦੁਸ਼ਮਣ ਹੈ, ਪਰ ਹੁਣ ਅਸੀਂ ਦੇਖਾਂਗੇ ਕਿ ਸ਼ੈਤਾਨ ਕਿਵੇਂ ਸਾਡਾ ਦੁਸ਼ਮਣ ਹੈ। ਸੰਸਾਰ, ਸਰੀਰ ਅਤੇ ਸ਼ੈਤਾਨ ਕਿਸ ਤਰ੍ਹਾਂ ਸਾਡਾ ਦੁਸ਼ਮਣ ਹੈ, ਇਹ ਪੜ੍ਹੀਏ। ਚਲੋ ਘਰੇ ਜਾ ਕੇ ਪੜ੍ਹ ਲਿਓ ਮੱਤੀ 4 ਤੁਸੀਂ। ਇਹਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਸ਼ੈਤਾਨ ਯਿਸੂ ਮਸੀਹ ਦੇ ਕੋਲ ਆਉਂਦੇ ਆ,
यीशु मसीह दे कोल शैतान आउंदा, की कहंदा कि तू मैनू झुक के मत्था टेक दे, ये सारी दुनिया की है मैं तेनू दे देंगा। अज तुसी बहुत लोग देखते होंगे, बहुत वड्डियां वड्डियां गड्डियां ने उन्हां कोल, वड्डे वड्डे बंगले ने, बहुत महल मुनारे ने। ये क्यों आ? क्योंकि सारी दुनिया शैतान दे वस दे विच है। जिहड़ी सारी पृथ्वी आ, पृथ्वी दी अवस्था ने शैतान दे वस दे विच ने। इसलिए तो शैतान यीशु मसीह के कोल जाके की कहता, मैनू झुक के मत्था टेक दे, मैं तेनू दुनिया की तू जिन्नियां भी रियासतां देखदा, जिन्नियां बिल्डिंगां देखदा, सारियां तेनू दे देंगा। पर यीशु मसीह ने की कहा? उस ऑफर नू रिजेक्ट करता। मैनू नहीं चाहिए, मैनू दुनियावी चीज़ां नहीं चाहिए, उस पिता परमेश्वर की मर्जी मेरी जिंदगी दे विच पूरी होवे। जे तुहाडे कोल प्रभु है, तुहाडे कोल सब कुछ है। ये दुनिया तुहानू कुछ भी नहीं दे सकती। दुनिया कष्ट दिंदी है, दुनिया परेशानी लैके आउंदी है। सब तो बड़ा रोग की कहणगे लोग? कई लोग लोगों के बारे सोचते सोचते आपका बहुत बड़ा नुकसान कर लेंदे ने। पर परमेश्वर के वचन के वाल देखिए, परमेश्वर का वचन सानू की कहता है। फिर यीशु मसीह नू शैतान की कहता कि इन्हां पत्थरां नू कह रोटी बन जाण। वो शरीर की कामना नू किया प्रगट करदा, पर यीशु मसीह आत्मा की कामना नू किया प्रगट कर देन। यीशु मसीह ने की कहा? इंसान केवल रोटी दे नाल ही नहीं, पर उस वचन दे नाल जिउंदा रहिंदा है जो उसके मुख दे विचों निकलदा है। वो चीज़ तुहानू शुद्ध नहीं कर सकती जो तुहाडे अंदर जांदी आ, पर जो गल्लां तुहाडे मूँह दे विचों बाहर निकलदियां ने वो तुहानू अशुद्ध कर सकदियां हन। शैतान साडा किवें दुश्मन है? शरीर की कामना के अनुसार। हालेलुया। नेत्रा की कामना, अपने अखां दे विच प्रभु ने अजिही रोशनी फिट की हुई आ कि जे रोशनी चली जाए तो तुसी कुछ देख नहीं सकते। कुछ देख, तुसी पानी दे विच जिन्ना मर्जी नहा लो, एक तलाब दे विच नहा लो, तुहानू पानी का कोई भार नहीं लगेगा। पानी का तुहानू कोई भार नहीं लगेगा। पर जदों एक इंसान उस दे विच डुब्बन लगदा, उसनू पता लगदा कि पानी मेरे लिए कितना खतरनाक है। उसनू जदों साह नहीं आउंदा, उसनू पता लगदा कि ये पानी मेरे लिए कितना खतरनाक है। उस तरह पाप करना एक मिठा जहर है। तुम जिन्ना टाइम इसनू पीओगे तो पीन दे विच बहुत ही स्वाद लगेगा, बहुत ही वधिया लगेगा, पर जदों तुसीं इसनू अंत दे विच देखोगे एक जहर का काम करता है। मेरे भैनों ते भाईओ, परमेश्वर के वचन के उत्ते ध्यान करिए। शैतान किवें साडा दुश्मन है? शरीरक घमंड के द्वारा, भी मैं बहुत बड़ा बंदा, मेरे कोट पाया हुआ, टाई लगी हुई आ, मेरे वर्गा तो कोई है नहीं दुनिया ते, मेरे तो सिवा तो कोई है ही नहीं, बस मैं ही हाँ। एक घमंड के द्वारा जे मैं प्रचार करा, प्रचार करने तो बाद भी मैं कहां लोग मैनू कहते हैं भी तू बहुत वधिया प्रचार किया, बहुत वधिया प्रचार किया, इसका मतलब की है? मेरे विच घमंड है। मेरे विच की आ? घमंड है। परमेश्वर ने की कहा? अपनी शरीरिक कामनावां नू मार के मसीह के लिए जीना शुरू कर दे तो सारियां बरकतां मैं तेनू देंगा। हालेलुया। मेरे भैन भाईओ, एक गल हमेशा याद रखो कि परमेश्वर नू अपना पार्टनर बना लो। अपना पार्टनर किनू बना लो? परमेश्वर नू। उन्होंने कहा प्रभु मैं काम करदा 100% के 10% तेरा, बाकी 90% मेरा। जे तुसीं वध भी देना चाहुंदे हो वध भी दो, तो देखो तुहाडी जिंदगी दे विच किन्नियां बरकतां आशीषां आउंदियां ने। तुहाडी जिंदगी दे विच किन्नियां आशीषां बरकतां आउंदियां ने। हालेलुया। आपां सिੱਖਿਆ कि किस तरह शैतान, शरीर ते संसार साडा दुश्मन है। देखिए संसार अपनी वस्तां दे राही अपना दुश्मन है, अपने राहां दे राही अपना दुश्मन है। शरीर भोजन दे राही, श्रृंगार दे राही, आराम दे राही, शरीरिक कामनावां दे द्वारा साडा दुश्मन है। शैतान शरीर की कामना के द्वारा, नेत्रां की कामना के द्वारा, जीवन के घमंड के द्वारा, अभिमान के द्वारा की है साडा दुश्मन है। इन्हां 3 पॉइंट ते मेन फोकस रखना, मेन ध्यान रखना कि परमेश्वर का वचन सानू की कह रहा है, तू किस तरह की जिंदगी जिउणी है। हालेलुया। एक लास्ट आयत पढ़ांगे, पहला तिमोथेयुस 4:11 पढ़िए।
ਹਾਲੇਲੂਇਆ। ਇਸ ਵਚਨ ਦੇ ਵਿੱਚ ਕੀ ਲਿਖਿਆ? ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ, ਸਗੋਂ ਤੂੰ ਨੇਚਾਵਾਨਾਂ ਦੇ ਲਈ ਵਚਨ ਵਿੱਚ, ਚਾਲ ਚੱਲਣ ਵਿੱਚ, ਪ੍ਰੇਮ ਵਿੱਚ, ਨੇਚਾ ਵਿੱਚ, ਪੁੱਤਰਤਾਈ ਵਿੱਚ ਨਮੂਨਾ ਬਣੀ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਕਿ ਤੁਸੀਂ ਇੱਕ ਜੋ ਪਰਮੇਸ਼ਰ ਦਾ ਵਚਨ ਹੁਣ ਸੁਣਿਆ, ਦੂਸਰਿਆਂ ਦੇ ਲਈ ਕੀ ਬਣਨਾ ਹੈ? ਨਮੂਨਾ। ਨਮੂਨੇ ਦੋ ਪ੍ਰਕਾਰ ਦੇ ਹੁੰਦੇ ਆ। ਇੱਕ ਤਾਂ ਕਹਿੰਦਾ ਕਿ ਇਹ ਬੰਦਾ ਕਿਸੇ ਦੇ ਲਈ ਨਮੂਨਾ ਬਣਿਆ, ਇੱਕ ਕਹਿੰਦੇ ਕਿ ਇਹ ਨਮੂਨਾ ਹੀ ਆ। ਹਾਲੇਲੂਇਆ। ਨਮੂਨੇ ਵੀ ਦੋ ਪ੍ਰਕਾਰ ਦੇ ਹੁੰਦੇ ਆ, ਪਰ ਅਜਿਹਾ ਨਮੂਨਾ ਬਣਨਾ ਕਿ ਲੋਕਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਮਿਲੇ। ਪਰ ਅੱਜ ਮਸੀਹੀ ਭੈਣ ਭਾਈ ਇਸ ਤਰ੍ਹਾਂ ਸੰਸਾਰ ਦੇ ਵਿੱਚ ਘੁਲ ਮਿਲ ਜਾਂਦੇ ਨੇ, ਜਿਸ ਤਰ੍ਹਾਂ ਕਿ ਨੂਣ ਸਬਜ਼ੀ ਦੇ ਵਿੱਚ ਘੁਲ ਜਾਂਦਾ ਹੈ, ਪਤਾ ਨਹੀਂ ਚੱਲਦਾ ਨੂਣ ਕਿੱਥੇ ਹੈ, ਸਬਜ਼ੀ ਕਿੱਥੇ ਹੈ। ਪਰ ਤੁਸੀਂ ਦੁਨਿਆਵੀ ਗੱਲਾਂ ਨੂੰ ਆਪਦੇ ਵਿੱਚ ਨਾ ਲਿਆਓ। ਤੁਹਾਡੀਆਂ ਗੱਲਾਂ ਇੱਕ ਦੂਸਰੇ ਦੀ ਉੱਨਤੀ ਦੇ ਲਈ ਹੋਣ, ਤੁਹਾਡੀਆਂ ਗੱਲਾਂ ਆਤਮਿਕ ਹੋਣ, ਤੁਹਾਡੀਆਂ ਗੱਲਾਂ ਇੱਕ ਦੂਸਰੇ ਨੂੰ ਉੱਚਾ ਚੱਕਣ ਦੇ ਲਈ ਹੋਣ। ਹਾਲੇਲੂਇਆ। ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ, ਤੂੰ ਵਚਨ ਵਿੱਚ, ਸੈਕੰਡ ਚਾਲ ਚੱਲਣ ਵਿੱਚ, ਥਰਡ ਪ੍ਰੇਮ ਵਿੱਚ, ਚੌਥਾ ਨੇਚਾ ਵਿੱਚ ਅਤੇ ਪੰਜਵਾਂ ਪਵਿੱਤਰਤਾਈ ਵਿੱਚ ਸਾਹਮਣੇ ਦੇ ਲਈ ਕੀ ਬਣ? ਨਮੂਨਾ ਬਣ। ਪਹਿਲਾ ਕੀ ਹੈ? ਵਚਨ ਦੇ ਵਿੱਚ। ਦੂਸਰਾ ਕੀ ਹੈ? ਚਾਲ ਚੱਲਣ ਦੇ ਵਿੱਚ। ਤੀਸਰਾ ਕੀ ਹੈ? ਪ੍ਰੇਮ ਦੇ ਵਿੱਚ। ਚੌਥਾ ਨੇਚਾ ਵਿੱਚ ਤੇ ਪੰਜਵਾਂ ਪਵਿੱਤਰਤਾਈ ਵਿੱਚ ਸਾਹਮਣੇ ਦੇ ਲਈ ਨਮੂਨਾ ਬਣ। ਇਹ ਪਰਮੇਸ਼ਰ ਦਾ ਵਚਨ ਸਾਨੂੰ ਕਹਿ ਰਿਹਾ ਹੈ। ਅੱਜ ਇਸ ਪਰਮੇਸ਼ਰ ਦੇ ਵਚਨ ਦੇ ਉੱਤੇ ਗੌਰ ਕਰੀਏ, ਪਰਮੇਸ਼ਰ ਦੀ ਬਾਣੀ ਦੇ ਉੱਤੇ ਗੌਰ ਕਰੀਏ ਕਿ ਪਰਮੇਸ਼ਰ ਸਾਡੀ ਜ਼ਿੰਦਗੀ ਤੋਂ ਕੀ ਚਾਹੁੰਦੇ ਨੇ, ਯਿਸੂ ਮਸੀਹ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਰਜ਼ੀ ਆ। ਇੱਕ ਵਾਰ ਯਿਸੂ ਮਸੀਹ ਆਰਾਧਨਾਲय ਦੇ ਵਿੱਚ ਖੜ ਕੇ ਪ੍ਰਚਾਰ ਕਰ ਰਹੇ ਹੁੰਦੇ ਆ ਕਿ ਮੇਰਾ ਸਰੀਰ ਖਾਣ ਦੀ ਵਸਤੂ ਹੈ, ਮੇਰਾ ਜੋ ਲਹੂ ਹੈ ਪੀਣ ਦੀ ਚੀਜ਼ ਹੈ। ਪਰ ਜੋ ਯਾਜਕ ਹੁੰਦੇ ਆ, ਫਰੀਸੀ ਹੁੰਦੇ ਆ, ਯਿਸੂ ਮਸੀਹ ਨੂੰ ਕੀ ਕਹਿੰਦੇ ਆ ਕਿ ਤੂੰ ਕਿਸ ਤਰ੍ਹਾਂ ਕਹਿ ਸਕਦਾ ਕਿ ਤੇਰਾ ਸਰੀਰ ਆ ਉਹ ਖਾਣ ਦੀ ਚੀਜ਼ ਹੈ, ਲਹੂ ਪੀਣ ਦੀ ਚੀਜ਼ ਹੈ। ਜਦੋਂ ਯਿਸੂ ਮਸੀਹ ਬਾਹਰ ਆਉਂਦੇ ਆ, ਯਿਸੂ ਮਸੀਹ ਦੇ ਨਾਲ ਕੁਝ ਚੇਲੇ ਹੁੰਦੇ ਆ, ਉਹ ਯਿਸੂ ਮਸੀਹ ਦਾ ਉਪਦੇਸ਼ ਸੁਣ ਕੇ ਕਿ ਯਿਸੂ ਮਸੀਹ ਨੂੰ ਛੱਡ ਜਾਂਦੇ ਨੇ। ਪਰ ਯਿਸੂ ਮਸੀਹ ਜੋ ਥੋੜੇ ਚੇਲੇ ਰਹਿੰਦੇ ਹੁੰਦੇ ਉਹਨਾਂ ਨੂੰ ਕੀ ਕਹਿੰਦੇ ਆ? ਜੇ ਤੁਸੀਂ ਵੀ ਮੈਨੂੰ ਛੱਡਣਾ ਚਾਹੁੰਦੇ, ਮੈਨੂੰ ਛੱਡ ਕੇ ਜਾ ਸਕਦੇ ਹੋ। ਪਰ ਪਤਰਸ ਕੀ ਕਹਿੰਦਾ? ਪ੍ਰਭੂ ਜੇ ਅਸੀਂ ਤੈਨੂੰ ਛੱਡ ਕੇ ਕਿੱਥੇ ਜਾਈਏ? ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਨੇ। ਜੀਵਨ ਦੀਆਂ ਗੱਲਾਂ ਪ੍ਰਭੂ ਦੇ ਕੋਲ ਨੇ। ਉਹ ਤੁਹਾਨੂੰ ਬਰਕਤਾਂ ਦੇਣਗੇ, ਤੁਹਾਨੂੰ ਆਸ਼ੀਸ਼ਾਂ ਦੇਣਗੇ, ਤੁਹਾਨੂੰ ਬਲੈਸ ਕਰਨਗੇ। 2022 ਤੁਹਾਡੇ ਲਈ ਬਹੁਤ ਵਧੀਆ ਹੋਵੇਗਾ। ਪਰ ਕਦੋਂ? ਜਦੋਂ ਅਸੀਂ ਪ੍ਰਾਰਥਨਾ ਕਰਾਂਗੇ। ਗੁਪਤ ਵਿੱਚ ਕੀਤੀ ਹੋਈ ਪ੍ਰਾਰਥਨਾ ਤੁਹਾਡੇ ਸਕਸੈਸ ਦੇ ਵਿੱਚ ਦਿਖੇਗੀ। ਜਦੋਂ ਤੁਸੀਂ ਤਰੱਕੀ ਕਰੋਗੇ, ਤੁਹਾਡੀ ਤਰੱਕੀ ਦੇ ਪਿੱਛੇ ਤੁਹਾਡੀ ਪ੍ਰਾਰਥਨਾ ਨੂੰ ਕੋਈ ਨਹੀਂ ਦੇਖੇਗਾ, ਪਰ ਸਾਰੇ ਤੁਹਾਡੀ ਤਰੱਕੀ ਨੂੰ ਦੇਖਣਗੇ। ਇਸ ਲਈ ਪ੍ਰਾਰਥਨਾ ਕਰੀਏ ਕਿ ਪਰਮੇਸ਼ਰ ਤੁਹਾਨੂੰ ਪ੍ਰੋਸਪਰ ਕਰੇ, ਉન્નਤੀ ਤੇ ਲੈ ਕੇ ਜਾਵੇ, ਤਰੱਕੀ ਦੇ ਵਿੱਚ ਲੈ ਕੇ ਜਾਵੇ। ਹਾਲੇਲੂਇਆ। ਬਹੁਤ ਮਹਾਨ ਪਰਮੇਸ਼ਰ ਹੈ। ਕਦੇ ਵੀ ਪਰਮੇਸ਼ਵਰ ਦੇ ਕੰਮਾਂ ਦੇ ਲਈ ਕੰਜੂਸ ਨਾ ਹੋਈਏ, ਪ੍ਰਭੂ ਦੇ ਕੰਮਾਂ ਦੇ ਲਈ ਕੰਜੂਸ ਨਾ ਹੋਈਏ। ਮੈਂ ਇੱਕ ਕਹਾਣੀ ਸੁਣੀ ਸੀ, ਬਹੁਤ ਪਹਿਲਾਂ ਸੁਣੀ ਸੀ। ਇੱਕ ਵਿਅਕਤੀ ਸੀ, ਉਹਦਾ ਨਾਮ ਸੀ ਦਾਨ ਚੰਦ। ਹੈਗਾ ਤਾਂ ਬਹੁਤ ਕੰਜੂਸ ਸੀ, ਪਰ ਉਹਦਾ ਨਾਮ ਕੀ ਸੀ? ਦਾਨ ਚੰਦ। ਉਹਦਾ ਨਾਮ ਦਾਨ ਚੰਦ ਸੀ। ਉਹ ਕਿਸੇ ਨੂੰ 50 ਪੈਸੇ ਦੇ ਕੇ ਵੀ ਰਾਜੀ ਨਹੀਂ ਸੀ, ਵੀ ਕਿਸੇ ਨੂੰ 50 ਪੈਸੇ ਵੀ ਦੇ ਦੇਵੇ। ਕੀ ਹੁੰਦਾ? ਉਹਦੀ ਘਰ ਵਾਲੀ ਉਹਨੂੰ ਇੱਕ ਵਾਰ ਕਹਿੰਦੀ ਆ ਕਿ ਤੂੰ ਇੰਨਾ ਕੰਜੂਸ ਆ, ਤੂੰ ਇੱਕ ਵਾਰ ਜਾ ਕੇ ਗੰਗਾ 'ਚ ਡੁਬਕੀ ਲਗਾਇਆ, ਉੱਥੇ ਜਾ ਕੇ ਨਹਾਇਆ, ਕੀ ਪਤਾ ਤੇਰੇ ਪਾਪ ਕੀ ਆ ਮਾਫ ਹੋ ਜਾਣ, ਤੂੰ ਇੰਨਾ ਕੰਜੂਸ ਆ। ਉਹ ਕਹਿੰਦਾ ਚਲੋ ਮੈਂ ਉੱਥੇ ਜਾ ਆਉਣਾ ਜੀ। ਉੱਥੇ ਜਾ ਕੇ ਜਦੋਂ ਗੰਗਾ ਦੇ ਵਿੱਚ ਡੁਬਕੀ ਲਾ ਕੇ ਬਾਹਰ ਨਿਕਲਦਾ, ਉਹਦੇ ਬਾਹਰ ਇੱਕ ਪੰਡਤ ਖੜਾ ਹੁੰਦਾ। ਉਹ ਕਹਿੰਦਾ ਵਾਹ ਜੀ ਵਾਹ, ਵਾਹ ਜੀ ਵਾਹ। ਕਹਿੰਦਾ ਮੈਂ ਤੁਹਾਡਾ ਚਿਹਰਾ ਦੇਖ ਲਿਆ। ਕਹਿੰਦਾ ਹੁਣ ਤੁਸੀਂ ਮੈਨੂੰ ਪੂਰਾ ਮਹੀਨਾ ਕਹਿੰਦਾ ਭੋਜਨ ਖਵਾਓਗੇ। ਉਹ ਕਹਿੰਦਾ ਨਹੀਂ ਨਹੀਂ ਨਹੀਂ, ਕਹਿੰਦਾ ਮੈਂ ਪੂਰਾ ਮਹੀਨਾ ਤੈਨੂੰ ਭੋਜਨ ਨਹੀਂ ਖਵਾ ਸਕਦਾ। ਕਹਿੰਦਾ ਚੱਲ 10 ਦਿਨ ਖਵਾ ਦਿਓ। ਕਹਿੰਦਾ 10 ਦਿਨ ਵੀ ਨਹੀਂ ਖਵਾ ਸਕਦਾ। ਕਹਿੰਦਾ ਚੱਲ 1 ਦਿਨ ਖਵਾ ਦਿਓ। ਕਹਿੰਦਾ ਮੈਂ 1 ਦਿਨ ਵੀ ਨਹੀਂ ਖਵਾ ਸਕਦਾ। ਕਹਿੰਦਾ ਚੱਲ ਹੁਣ ਤੂੰ ਮੈਨੂੰ ਦੇਖਿਆ ਹੀ ਆ, ਕੁਛ ਨਾ ਕੁਛ ਤਾਂ ਮੈਨੂੰ ਦੇਣਾ ਹੀ ਪਊਗਾ। ਉਹ ਕਹਿੰਦਾ ਚੱਲ ਠੀਕ ਆ, ਮੈਂ ਤੈਨੂੰ ਇੱਕ ਧੇਲਾ ਦੇ ਦਿੰਦਾ ਗਾ। ਵੀ ਉਹ ਸਮੇਂ ਦੇ ਵਿੱਚ ਧੇਲੇ ਚੱਲਦੇ ਸੀ। ਕਹਿੰਦਾ ਤੈਨੂੰ ਇੱਕ ਧੇਲਾ ਦੇ ਦਿੰਦਾ। ਉਹ ਕਹਿੰਦਾ ਲਿਆ ਫਿਰ ਦੇ। ਕਹਿੰਦਾ ਉਹ ਵੀ ਆਧਾਰ ਰੱਖ ਲਾ ਹਜੇ। ਉਸ ਤੋਂ ਬਾਅਦ ਕੀ ਆ, ਉਹ ਇਨਸਾਨ ਆਪਦੇ ਘਰੇ ਜਾਂਦਾ। ਜਦੋਂ ਘਰੇ ਪਿਆ ਹੁੰਦਾ, ਬਾਹਰ ਇੱਕ ਗੇਟ ਖੜਕਦਾ। ਗੇਟ ਜਦੋਂ ਖੜਕਦਾ, ਉਹਦੀ ਘਰ ਵਾਲੀ ਦੇਖਦੀ ਕਿ ਬਾਹਰ ਪੰਡਤ ਖੜਾ ਇੱਕ। ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਕਿ ਬਾਹਰ ਪੰਡਤ ਆਇਆ ਜੀ। ਉਹ ਕਹਿੰਦੇ ਆ ਤੁਹਾਨੂੰ ਉਹਨਾਂ ਤੋਂ ਕੀ ਕੰਮ ਆ? ਉਹ ਕਹਿੰਦਾ ਮੈਂ ਉਹਨਾਂ ਤੋਂ ਕੁਝ ਕਰਜ਼ਾ ਲੈਣਾ ਸੀ, ਕੁਝ ਲੈਣਾ ਸੀ, ਉਹਨਾਂ ਨੂੰ ਉਧਾਰ ਕੀਤਾ ਹੋਇਆ ਮੇਰੇ ਨਾਲ। ਉਹ ਕਹਿੰਦੇ ਚਲੋ ਠੀਕ ਆ। ਜਦੋਂ ਉਹਨੂੰ ਕਹਿੰਦਾ ਆਪਦੇ ਘਰ ਵਾਲੀ ਨੂੰ, ਪਤਨੀ ਕਹਿੰਦੀ ਹੈ ਕਿ ਬਾਹਰ ਪੰਡਤ ਆਇਆ ਕਿ ਜੀ, ਉਹ ਕਹਿ ਰਿਹਾ ਗਾ ਕਿ ਮੈਂ ਉਹ ਤੋਂ ਇੱਕ ਧੇਲਾ ਲੈਣਾ ਗਾ। ਉਹ ਕਹਿੰਦਾ ਨੂੰ ਐਂ ਕਹਿ ਦੂਗੀ ਤਾਂ ਬਿਮਾਰ ਆ। ਉਹ ਕਹਿੰਦਾ ਚਲੋ ਠੀਕ ਆ, ਮੈਂ
ਉਹ ਜਦੋਂ ਦੀ ਘਰ ਵਾਲੀ ਉਹਨੂੰ ਜਾ ਕੇ ਕਹਿ ਦਿੰਦੀ ਉਹ ਬਿਮਾਰ ਆ, ਉਹ ਕਹਿੰਦਾ ਵਧੀਆ ਗੱਲ ਆ, ਮੈਂ ਇੱਥੇ ਹੀ ਬੈਠਾ ਰਹੂੰਗਾ ਜਦੋਂ ਤੱਕ ਕੋਈ ਠੀਕ ਨਹੀਂ ਹੁੰਦਾ, ਮੈਂ ਤੇਲਾ ਇੱਕ ਲੈ ਕੇ ਜਾਊਂਗਾ। ਉਸ ਤੋਂ ਬਾਅਦ ਉਹ ਆਪਦੇ ਪਤੀ ਨੂੰ ਕਹਿੰਦੀ ਹੈ ਜਾ ਕੇ ਵੀ ਉਹ ਤਾਂ ਉੱਥੇ ਬਾਹਰ ਹੀ ਬੈਠ ਗਿਆ। ਉਹ ਕਹਿੰਦਾ ਉਹਨੂੰ ਐਂ ਕਹਦੇ ਕਿ ਮੇਰਾ ਪਤੀ ਤਾਂ ਪੂਰਾ ਹੋ ਗਿਆ, ਉਹ ਤਾਂ ਮਰ ਗਿਆ। ਉਹ ਜਦੋਂ ਉਹਦੇ ਕੋਲ ਜਾਂਦੀ ਆ, ਉਹਨੂੰ ਕਹਿੰਦੀ ਆ ਕਿ ਮੇਰਾ ਪਤੀ ਤਾਂ ਜੀ ਮਰ ਗਿਆ। ਉੱਥੇ ਉਹ ਪੰਡਤ ਕਹਿੰਦਾ ਚੱਲ ਵਧੀਆ, ਕਹਿੰਦਾ ਰੀਤੀ ਰਿਵਾਜ ਕਰਾਂਗੇ ਇਹਦਾ, ਹੁਣ ਪੈਸੇ ਬਣਨਗੇ। ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਉਹਨੂੰ ਉਹ ਸਾਰੇ ਕਿਤੇ ਫੋਨ ਕਰ ਦਿੰਦਾ, ਪੰਡਤ ਉਹਦੇ ਮੁੰਡੇ ਨੂੰ ਕਰ ਦਿੰਦਾ ਵੀ ਤੁਹਾਡਾ ਤਾਂ ਡੈਡੀ ਮਰ ਗਿਆ, ਸਾਰਿਆਂ ਨੂੰ ਫੋਨ ਕਰਦਾ। ਜਦੋਂ ਸਾਰੇ ਰਿਸ਼ਤੇਦਾਰ ਆ ਜਾਂਦੇ ਆ, ਉਹਨੂੰ ਪਾ ਲੈਂਦੇ ਉੱਪਰ, ਜਿਹੜੇ 4 ਬੰਦੇ ਲੈ ਕੇ ਜਾਂਦੇ ਹੁੰਦੇ ਆ। ਉਹਦੀ ਪਤਨੀ ਕਹਿੰਦੀ ਆ ਕਿ ਇਹ ਮਰੇ ਨਹੀਂ ਹੈਗੇ, ਜਿੰਦਾ ਨੇ ਜੀ। ਉਹ ਲੋਕ ਕਹਿੰਦੇ ਕੋਈ ਗੱਲ ਨਹੀਂ, ਤੇਰਾ ਮੂੰਹ ਆ ਉਹਦੇ ਨਾਲ ਪਿਆਰ ਆ, ਤੂੰ ਤਾਂ ਕਹਿਣੀ ਆ, ਕੋਈ ਗੱਲ ਨਹੀਂ। ਜਦੋਂ ਲੈ ਕੇ ਜਾਂਦੇ ਉਹਨੂੰ ਜਾ ਕੇ ਪਾ ਦਿੰਦੇ, ਉਹ ਵੀ ਇੰਨਾ ਕੰਜੂਸ ਬੰਦਾ ਹੁੰਦਾ, ਪੈਸੇ ਦੇਣ ਦੀ ਬਜਾਏ ਕੀ ਉੱਥੇ ਜਾ ਕੇ ਪੈ ਜਾਂਦਾ। ਉਹਦਾ ਮੁੰਡਾ ਅੱਗੇ ਚਾਦਰ ਲੈ ਕੇ ਆਉਂਦਾ ਇੱਕ ਮਹਿੰਗੀ, ਵੀ ਚੱਲ ਮੇਰੇ ਡੈਡੀ ਨੇ ਜਵਾਨੀ ਦੇ ਵਿੱਚ ਤਾਂ ਕੋਈ ਵਧੀਆ ਕੱਪੜੇ ਪਾਏ ਨਹੀਂ, ਬਹੁਤ ਕੰਜੂਸ ਸੀ, ਚੱਲ ਇਹਨੂੰ ਹੁਣ ਵਧੀਆ ਕੱਪੜਾ ਦੇ ਦਿੰਦੇ ਇੱਕ। ਪਰ ਜਦੋਂ ਕੱਪੜਾ ਉੱਪਰ ਪਾ ਦਿੰਦਾ, ਪੰਡਤ ਨੂੰ ਤਾਂ ਪਤਾ ਹੁੰਦਾ, ਉਹ ਬੰਦੇ ਨੂੰ ਪਤਾ ਹੁੰਦਾ ਵੀ ਜਿੰਦਾ ਗਾ, ਉਹਦੇ ਸਾਹ ਚੱਲਦੇ ਨੇ। ਜਦੋਂ ਉਹਨੂੰ ਕਹਿੰਦਾ ਤੂੰ ਹੁਣ ਇੰਨਾ ਬਹਾਨਾ ਕਿਉਂ ਕਰ ਰਿਹਾ ਗਾ, ਕਹਿੰਦਾ ਤੂੰ ਉੱਠਣ ਦਾ ਕੀ ਲਏਗਾ, ਕਹਿੰਦਾ ਤੂੰ ਐਂ ਕਰ ਵੀ ਮੈਂ ਇੱਥੋਂ ਤਾਂ ਉੱਠ ਖੜੂੰਗਾ, ਕਹਿੰਦਾ ਜਿਹੜਾ ਮੈਂ ਤੈਨੂੰ ਇੱਕ ਵਾਅਦਾ ਕੀਤਾ ਸੀ ਤੇਲਾ, ਕਹਿੰਦਾ ਮੈਨੂੰ ਮਾਫ ਕਰ ਦੇ। ਉਹ ਕੀ ਮੈਨੂੰ ਮਾਫ ਕਰ ਦੇ। ਫਿਰ ਆਪਦੇ ਬੇਟੇ ਨੂੰ ਵੀ ਕਹਿੰਦਾ ਤੂੰ ਇੰਨੀ ਮਹਿੰਗੀ ਚਾਦਰ ਕਿਉਂ ਲਿਆਂਦੀ, ਕਹਿੰਦਾ ਨੂੰ ਅੱਧਾ ਕਰਾਂਗੇ, ਕਹਿੰਦਾ ਅੱਧਾ ਮੈਂ ਆਪਦੇ ਕਫਨ ਤੇ, ਅੱਧਾ ਤੂੰ ਆਪਦੇ ਦੇ ਪਾ ਲਈ। ਕਦੇ ਵੀ ਕੰਜੂਸ ਨਾ ਬਣੀਏ ਪ੍ਰਭੂ ਦੇ ਕੰਮਾਂ ਦੇ ਲਈ। ਹਮੇਸ਼ਾ ਪ੍ਰਭੂ ਨੂੰ ਆਪਣੇ ਪਾਰਟਨਰ ਬਣਾ ਕੇ ਰੱਖੀਏ। ਪਰਮੇਸ਼ਰ ਨੂੰ ਆਪਣਾ ਪਾਰਟਨਰ ਬਣਾਓਗੇ ਜਦੋਂ ਤੁਸੀਂ ਉਸਨੂੰ ਕਹੋਗੇ ਪ੍ਰਭੂ 10%, 15%, 20% ਹਿੱਸਾ ਤੇਰਾ, ਪਰ ਆਪਣੀ ਜ਼ਿੰਦਗੀ ਦੇ ਵਿੱਚ 100% ਕੀ ਹੈ ਤੁਸੀਂ ਪ੍ਰਭੂ ਨੂੰ ਦੇਣਾ ਹੈ। ਹਾਲੇਲੂਇਆ। ਜਦੋਂ ਤੁਸੀਂ ਆਪਣਾ 100% ਪਰਮੇਸ਼ਰ ਨੂੰ ਦਿਓਗੇ, ਤੁਹਾਡੇ ਪੈਸੇ ਦੇ ਵਿੱਚ ਬਰਕਤ ਕਦੋਂ ਆਵੇਗੀ, ਜਦੋਂ ਉਹ ਪੈਸਾ ਪ੍ਰਭੂ ਦੀ ਮਹਿਮਾ ਦੇ ਲਈ ਇਸਤੇਮਾਲ ਹੋਵੇਗਾ। ਅੱਜ ਪ੍ਰਭੂ ਸਾਨੂੰ ਕਿਉਂ ਬਰਕਤ ਦੇ ਰਿਹਾ ਹੈ, ਕਿਉਂਕਿ ਅਸੀਂ ਪ੍ਰਭੂ ਦੇ ਕੰਮਾਂ ਦੇ ਲਈ ਬੀਜਦੇ ਹਾਂ, ਅਸੀਂ ਪ੍ਰਭੂ ਦੇ ਕੰਮਾਂ ਦੇ ਲਈ ਵੱਢਦੇ ਵੀ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਢਾਂਗੇ, ਪਰ ਜੇ ਤੁਸੀਂ ਵੀ ਵੱਢਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ ਬੀਜਣਾ ਪਵੇਗਾ। ਬੋਲੀ ਹਾਲੇਲੂਇਆ। ਇਸ ਲਈ ਧਿਆਨ ਕਰੀਏ ਪਰਮੇਸ਼ਰ ਦੇ ਵਚਨ ਦੇ ਉੱਤੇ ਕਿ 3 ਸਾਡੇ ਵੱਡੇ ਦੁਸ਼ਮਣ ਨੇ, ਸਰੀਰ, ਸ਼ੈਤਾਨ ਤੇ ਸੰਸਾਰ। 3 ਸੱਸੇ ਇਕੱਠੇ ਹੋ ਗਏ, ਸ਼ੈਤਾਨ, ਸਰੀਰ ਤੇ ਸੰਸਾਰ। ਇਹ ਕਿੰਨਾ ਵਸਤਾਂ ਦੇ ਰਾਹੀਂ ਸਾਡਾ ਦੁਸ਼ਮਣ ਹੈ, ਮੈਂ ਤੁਹਾਨੂੰ ਪੜ੍ਹਾਇਆ। ਜੇ ਤੁਸੀਂ ਲਿਖਿਆ, ਤੁਸੀਂ ਘਰੇ ਜਾ ਕੇ ਇਹਨਾਂ 'ਤੇ ਗੌਰ ਕਰ ਸਕਦੇ ਹੋ। ਇਸ ਲਈ ਪਰਮੇਸ਼ਰ ਦੇ ਵਚਨ ਦੇ ਵਿੱਚ ਹਮੇਸ਼ਾ ਵੱਧਦੇ ਜਾਈਏ, ਪ੍ਰਭੂ ਦੇ ਕੰਮਾਂ ਦੇ ਵਿੱਚ ਹਮੇਸ਼ਾ ਵੱਧਦੇ ਜਾਈਏ, ਤਾਂ ਪ੍ਰਭੂ ਤੁਹਾਨੂੰ ਹੋਰ ਵੀ ਉੱਚੇ ਲੈਵਲ 'ਤੇ ਲੈ ਕੇ ਜਾਣਗੇ। ਬੋਲੀ ਹਾਲੇਲੂਇਆ। ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭੂ ਤੁਹਾਨੂੰ ਬਲੈਸ ਕਰਨਗੇ, ਆਸ਼ੀਸ਼ਿਤ ਕਰਨਗੇ। ਅਸੀਂ ਸਾਰੇ ਜਣੇ ਆਪਣੀ ਜਗ੍ਹਾ 'ਤੇ ਖੜੇ ਹੋਵਾਂਗੇ।